ਤੁਸੀਂ ਵੇਖ ਰਹੇ ਹੋ ਚੱਕ ਦੇ ਟੀਵੀ ਤੇ ਮੈਂ ਹਾਂ ਸੁਖ ਪੱਟੀਵਾਲ ਲੈ ਕੇ ਹਾਜ਼ਰ ਹੋਇਆ ਦੇਸ਼ ਵਿਦੇਸ਼ ਦੀ ਜਾਣਕਾਰੀ ਤੁਹਾਡੇ ਰੂਬਰੂ ਕਰਦੀਆਂ ਖਬਰਾਂ ਦਾ ਆਗਾਜ਼ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ। श्री गुरु ग्रंथ साहब जी के प्रकाश दिहाड़े ते देखण नूं मिलियां रौनकां, सिंह साहब ने संगत नूं दत्ती वधाई। कैप्टन नूं मंग पत्तर देण पहुंचे वैंस दी कैप्टन दे OSD नाल होई बहसबाजी। अकाली दल ने भगवंत मान खिलाफ SSP नूं दत्ती शिकायत। अकाली दल ते आप आगूआं ने एक दूजे ते लगाए गंभीर इल्जाम। पुलिस की मौजूदगी च शरेआम 200 नौजवानों की गुंडागर्दी, करीब 1.5 घंटे तक चलियां गोलियां। नशेड़ी दी करतूत, नशा करन तो रोकण वाले दा सिर पाड़ कीता कतल। मृतक नशेड़ी दा दूर दा सी मामा। हुण खबरां विस्तार नाल। देश विदेश विच श्री गुरु ग्रंथ साहब जी दा प्रकाश दिहाड़ा पूरी शरधा नाल मनाया गया। गुरु नगरी ਅੰਮ੍ਰਿਤਸਰ ਵਿੱਚ ਸੰਗਤ ਵੱਲੋਂ ਪਾਲਕੀ ਸਾਹਿਬ ਨੂੰ ਫੁੱਲਾਂ ਨਾਲ ਸਜਾ ਨਗਰ ਕੀਰਤਨ ਕੱਢਿਆ ਗਿਆ। ਸੁਰਿੰਦਰ ਸਿੰਘ ਜੀ, ਮੈਂ ਅੰਮ੍ਰਿਤਸਰ ਹੋਟਲ ਐਸੋਸੀਏਸ਼ਨ ਰੈਸਟੋਰੈਂਟ ਦੇ ਚੇਅਰਮੈਨ ਹਾਂ। ਅੱਜ ਸਾਡੇ ਗੁਰੂ ਮਹਾਰਾਜ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਵਿੱਚ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ। ਕੱਲ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਵਸ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਪੂਰੇ ਸਜਾਵਟ ਕੀਤੀ ਜਾ ਰਹੀ ਹੈ, ਜਿਸ ਵਿੱਚ ਹੁਮ ਆ ਕੇ ਸੰਗਤਾਂ ਬਾਹਰੋਂ ਦੂਰੋਂ ਨੇੜਿਓਂ ਆ ਰਹੀਆਂ ਹਨ। ਇੱਥੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਲੋਕਡਾਊਨ ਦੇ ਬਾਵਜੂਦ ਵੀ ਲੋਕਾਂ ਨੇ ਕਾਫੀ ਸ਼ਰਧਾ ਤੇ ਪਿਆਰ ਨਾਲ ਆਪਣਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਮਨਾਉਣ ਲਈ ਆ ਰਹੀਆਂ ਹਨ। ਅੱਜ ਬਾਹਰੋਂ ਸੰਗਤਾਂ ਨੇ ਫੁੱਲ ਬੂਟਿਆਂ ਨਾਲ ਪੂਰੀ ਸੇਵਾ ਕੀਤੀ ਜਾ ਰਹੀ ਹੈ ਤੇ ਇੱਥੇ ਸੰਗਤਾਂ ਨੇ ਹੁਮ ਆ ਕੇ ਪਹੁੰਚ ਰਹੀਆਂ ਹਨ। ਖਾਲਸਾ ਵਾਹਿਗੁਰੂ ਫਤਿਹ। ਉਧਰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵੀ ਰੌਣਕਾਂ ਦੇਖਣ ਨੂੰ ਮਿਲੀਆਂ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸੰਗਤ ਨੂੰ ਇਸ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਗਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੁਗ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਹੈ, ਜਿੱਥੇ ਸਮੁੱਚੇ ਦੇਸ਼ ਵਿਦੇਸ਼ ਦੇ ਵਿੱਚ ਸਿੱਖ ਸੰਗਤਾਂ ਵੱਲੋਂ ਇਹ ਪੁਰਬ ਮਨਾਇਆ ਗਿਆ। ਉੱਥੇ ਤੱਕ ਸ੍ਰੀ ਦਮਦਮਾ ਸਾਹਿਬ ਵੱਲੋਂ ਵੀ ਇਹ ਪਾਵਨ ਪੁਰਬ बड़ी श्रद्धा उत्साह सहित मनाया जा रहा है। श्री अखंड पाठ साहब जी की समाप्ति हुई है। दीवान साजरे ने श्री गुरु ग्रंथ साहब सच्चे पातशाह की बाणी मनुख नूं भव सागर तो पार करवाउण दे लई महान उपदेश दिंदी और सानू एक नेक वधिया जिंदगी जीउण वास्ते भी प्रेरित करदी है। अज जरूरत इस गल की है कि अज असीं सारा सिख जगत श्री गुरु ग्रंथ साहब सच्चे पातशाह के उत्ते भरोसा रख के अपनी जिंदगी नूं तोरन का यतन करिए ਤੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਤੇ ਖੁਸ਼ਹਾਲੀ ਜਿਹੜੀ ਹੈ ਉਹ ਭਰਪੂਰ ਹੋਵੇ। ਜਿੱਥੇ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ, ਉੱਥੇ ਅੱਜ ਗ੍ਰੰਥੀ ਸਿੰਘਾਂ ਦਾ ਵੀ ਇੱਕ ਕਿਸਮ ਦਾ ਸਥਾਪਨਾ ਦਿਵਸ ਹੈ, ਕਿਉਂਕਿ ਅੱਜ ਦੇ ਦਿਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਭਾਈ ਗੁਰਦਾਸ ਜੀ ਪਾਸੋਂ ਰਾਮਸਰ ਸਾਹਿਬ ਦੇ ਸਥਾਨ ਦੇ ਉੱਤੇ ਲਿਖਵਾਈ ਤੇ ਫਿਰ ਅੱਜ ਪਹਿਲੀ ਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ। ਬਾਬਾ ਬੁੱਢਾ ਜੀ ਨੂੰ ਤਾਬਿਆ ਗ੍ਰੰਥੀ ਨਿਯਤ ਕੀਤਾ ਸੀ। मैं समुचे सिख जगत में इस महान श्री गुरु ग्रंथ साहब जी के पहले प्रकाश पुरब दीयां बहुत बहुत बधाइयां देना। वाहिगुरू जी का खालसा, वाहिगुरू जी की फतेह। विधान सभा सैशन विच किसान मारू आर्डीनेंस रद्द करने लई लोक इंसाफ पार्टी के प्रधान सिमरजीत सिंह वैंस ਅਤੇ ਬਲਵਿੰਦਰ ਸਿੰਘ ਵੈਂਸ ਕੈਪਟਨ ਸਾਹਿਬ ਨੂੰ ਮੰਗ ਪੱਤਰ ਦੇਣ ਪਹੁੰਚੇ ਸੀ, ਜਿੱਥੇ ਮੀਡੀਆ ਦੀ ਹਾਜ਼ਰੀ ਵਿੱਚ ਵੈਂਸ ਅਤੇ ਕੈਪਟਨ ਦੇ OSD ਦੀ ਤਿੱਖੀ ਬਹਿਸਬਾਜ਼ੀ ਹੋ ਗਈ।
ਬੈਂਸ ਨੇ ਭੜਕਦਿਆਂ ਕੈਪਟਨ ਖਿਲਾਫ ਖੁੱਲ੍ਹ ਕੇ ਬਿਆਨਬਾਜ਼ੀ ਕੀਤੀ। ਬੀਤੇ ਕੱਲ੍ਹ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਅਤੇ ਉਹਨਾਂ ਦੇ ਭਰਾ ਬਲਵਿੰਦਰ ਬੈਂਸ ਕੈਪਟਨ ਸਾਹਿਬ ਦੀ ਕੋਠੀ ਦਾ ਘਿਰਾਓ ਕਰਨ ਪਹੁੰਚੇ ਸੀ, ਜਿੱਥੇ ਉਹਨਾਂ ਦੀ ਕੈਪਟਨ ਸਾਹਿਬ ਦੇ OSD ਸੰਦੀਪ ਸਿੰਘ ਨਾਲ ਮਾਸਕ ਨਾ ਪਾਉਣ ਨੂੰ ਲੈ ਕੇ ਜ਼ਬਰਦਸਤ ਬਹਿਸ ਹੋ ਗਈ। ਉਸ ਤੋਂ ਬਾਅਦ ਦੋਵਾਂ ਭਰਾਵਾਂ ਨੇ OSD ਸੰਦੀਪ ਨੂੰ ਮੰਗ ਪੱਤਰ ਸੌਂਪ ਦਿੱਤਾ। ਦਰਅਸਲ ਬੈਂਸ ਬ੍ਰਦਰ ਉਹਨਾਂ ਕੋਲ ਇਹ ਮੰਗ ਲੈ ਕੇ ਗਏ ਸੀ ਕਿ ਉਹ ਕਿਸਾਨ ਵਿਰੋਧੀ ਆਰਡੀਨੈਂਸ ਵਿਧਾਨ ਸਭਾ ਸੈਸ਼ਨ 'ਚ ਰੱਦ ਕਰਨ। ਇਸ ਮੌਕੇ ਕੈਪਟਨ ਸਾਹਿਬ ਵੱਲੋਂ ਸੱਦੇ ਗਏ ਇੱਕ ਦਿਨ ਦੇ ਸੈਸ਼ਨ ਕਾਰਨ ਬੈਂਸ ਨੇ ਲਾਲ ਪੀਲੇ ਹੋ ਕੈਪਟਨ ਸਾਹਿਬ ਨੂੰ ਸ਼ਬਦੀ ਚਪੇੜਾਂ ਮਾਰੀਆਂ। ਮੰਗ ਹੈਗੀ ਆ ਜਿਹੜਾ ਖੇਤੀ ਸੁਧਾਰ ਆਰਡੀਨੈਂਸ ਆ ਜਿਹੜਾ ਪੰਜਾਬ ਦੇ ਕਿਸਾਨ ਨੂੰ ਖਤਮ ਕਰਨ ਵਾਸਤੇ ਆ, ਜਿਹਦਾ ਖੁਦ ਵਿਰੋਧ ਕਾਂਗਰਸ ਪਾਰਟੀ ਕਰਦੀ ਆ। ਕਾਂਗਰਸ ਪਾਰਟੀ ਸੱਤਾ ਦੇ ਵਿੱਚ ਆ, ਸੋ ਅਸੀਂ ਉਸ ਦਿਨ ਇੱਕ ਮੈਮੋਰੈਂਡਮ ਦਿੱਤਾ ਸੀ ਵੀ ਤੁਰੰਤ ਹੰਗਾਮੀ ਸੈਸ਼ਨ ਕਾਲ ਕਰੋ। ਅਰੇ ਖੇਤੀ ਸੁਧਾਰ ਆਰਡੀਨੈਂਸ ਜਿਹੜਾ ਰਾਜ ਦੇ ਅਧਿਕਾਰਾਂ ਦੇ ਉੱਤੇ ਸੰਵਿਧਾਨਕ ਡਾਕਾ 7ਵੇਂ ਸ਼ਡਿਊਲ ਦੀ 14ਵੀਂ ਐਂਟਰੀ ਖੇਤੀਬਾੜੀ, 26ਵੀਂ ਐਂਟਰੀ ਮੰਡੀਕਰਨ, ਇਹ ਸਾਡੇ ਸਟੇਟ ਸਬਜੈਕਟ ਆ। ਮੋਦੀ ਸਾਹਿਬ ਇਹ 'ਤੇ ਕੋਈ ਕਾਨੂੰਨ ਨਹੀਂ ਬਣਾ ਸਕਦੇ। ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਸਾਹਿਬ ਤੁਹਾਡੀ ਪਾਰਟੀ ਤੁਸੀਂ ਵਿਰੋਧ ਕਰਦੇ ਹੋ, ਵਿਧਾਨ ਸਭਾ ਦਾ ਸੈਸ਼ਨ ਕਾਲ ਕਰਕੇ ਬਹੁਤ ਸੰਮਤੀ ਦੇ ਨਾਲ ਪ੍ਰਸਤਾਵ ਪਾਸ ਕਰਕੇ ਮੋਦੀ ਸਾਹਿਬ ਨੂੰ ਕਿਉਂ ਨਹੀਂ ਭੇਜਦੇ? ਹੁਣ 28 ਤਰੀਕ ਦਾ ਸੈਸ਼ਨ ਆ, ਇੱਕ ਦਿਨ ਦਾ ਸੈਸ਼ਨ, ਡੈਮੋਕ੍ਰੇਸੀ ਦਾ ਮਰਡਰ। ਇੱਕ ਦਿਨ ਦੇ ਵਿੱਚ ਅਸੀਂ ਕਿਹੜੇ ਇਸ਼ੂਜ਼ ਡਿਸਕਸ ਕਰ ਸਕਦੇ ਹਾਂ? 200 ਸ਼ਰਾਬ ਦੇ ਨਾਲ ਹੋਈਆਂ ਮੌਤਾਂ, ਜਾਂ ਗੁਰੂ ਗ੍ਰੰਥ ਸਾਹਿਬ, ਜਾਂ ਬੇਰੁਜ਼ਗਾਰੀ, ਜਾਂ ਰੇਤਾ ਬਜਰੀ ਮਾਫੀਆ ਚੋਰੀ, ਕਿਹੜੀ ਚੀਜ਼ ਅਸੀਂ ਡਿਸਕਸ ਕਰਾਂਗੇ? ਸੋ ਅਸੀਂ ਇੱਕ ਇੰਪੋਰਟੈਂਟ ਇਸ਼ੂ ਕਿ 28 ਤਰੀਕ ਦੇ ਸਿੰਗਲ ਡੇ ਸੈਸ਼ਨ ਦੇ ਵਿੱਚ ਇਹ ਪ੍ਰਸਤਾਵ ਲੈ ਕੇ ਆਓ ਜਿਹੜਾ ਬਹੁਤ ਸੰਮਤੀ ਦੇ ਨਾਲ ਪਾਸ ਹੋ ਕੇ ਮੋਦੀ ਗਵਰਨਮੈਂਟ ਨੂੰ ਭੇਜਿਆ ਜਾਵੇ ਕਿ ਖੇਤੀ ਸੁਧਾਰ ਆਰਡੀਨੈਂਸ ਅਡਾਨੀਆਂ ਤੇ ਅੰਬਾਨੀਆਂ ਨੂੰ, ਪੰਜਾਬ ਦਾ ਕਿਸਾਨ ਵੇਚਣ ਵਾਸਤੇ ਉਹਦੀ ਜ਼ਮੀਨ ਉਹਨੂੰ ਬੇਜ਼ਮੀਨਾ ਕਰਨ ਵਾਸਤੇ, ਤੇ ਅੰਤ ਨੂੰ ਪੰਜਾਬ ਦੇ ਕਿਸਾਨ ਨੇ ਅਡਾਨੀ ਤੇ ਅੰਬਾਨੀਆਂ ਦੇ ਕੋਲੇ ਖੇਤੀ ਮਜ਼ਦੂਰ ਬਣਨਾ ਜੇ ਖੇਤੀ ਸੁਧਾਰ ਆਰਡੀਨੈਂਸ ਲਾਗੂ ਹੁੰਦੇ ਆ। ਸਾਡਾ 4000 ਕਰੋੜ ਰੁਪਏ ਦਾ RDF ਲਾਸ ਆ। ਸਾਡੇ ਲੱਖਾਂ ਦੀ ਗਿਣਤੀ ਦੇ ਵਿੱਚ ਆੜਤੀਏ, ਪੱਲੇਦਾਰ, ਤੋਲੇ, ਛੋਟੇ ਟਰਾਂਸਪੋਰਟਰ ਬੇਰੁਜ਼ਗਾਰ ਹੁੰਦੇ ਆ। ਸਾਡਾ ਛੋਟਾ ਕਿਸਾਨ, ਦਲਿਤ ਖੇਤ ਮਜ਼ਦੂਰ ਜਿਹੜਾ ਤਬਾਹ ਹੋਏਗਾ। ਸੋ ਅਸੀਂ ਇਸ ਵਾਸਤੇ ਮੁੱਖ ਮੰਤਰੀ ਸਾਹਿਬ ਨੂੰ ਇਹ ਰਿਕੁਐਸਟ ਕਰਨ ਵਾਸਤੇ ਸਿਰਫ MLAs ਆਏ ਆ, ਦੋਨੋਂ MLA ਲੋਕ ਇਨਸਾਫ ਪਾਰਟੀ ਦੇ 2 MLA ਆ, ਸਾਡੇ ਨਾਲ ਹੋਰ ਕੋਈ ਬੰਦਾ ਨਹੀਂ ਹੈਗਾ, ਸਿਰਫ MLA। ਇਹਨਾਂ ਨੂੰ ਜਗਾਉਣ ਵਾਸਤੇ ਵੀ ਤੁਸੀਂ ਵਿਰੋਧ ਕਰਦੇ ਹੋ, ਕਾਂਗਰਸ ਪਾਰਟੀ ਵਿਰੋਧ ਕਰਦੀ ਆ ਖੇਤੀ ਸੁਧਾਰ ਆਰਡੀਨੈਂਸ ਦਾ, ਪਰ ਇਹ ਵਿਰੋਧ ਦੇ ਵਿੱਚੋਂ ਵਿਧਾਨ ਸਭਾ ਸੈਸ਼ਨ ਜਿੱਥੇ ਤੁਹਾਨੂੰ ਲੋਕਾਂ ਨੇ ਤਾਕਤ ਦਿੱਤੀ ਹੈ, ਤੁਹਾਨੂੰ ਸ਼ਾਨਾ ਮੱਤਾ ਗੋਲਡਨ ਐਬਸੋਲੂਟ ਮੈਜੋਰਿਟੀ ਦਿੱਤੀ ਹੈ, ਤੁਸੀਂ ਉਸ ਵਿਧਾਨ ਸਭਾ ਦੇ ਵਿੱਚ ਇਹ ਪ੍ਰਸਤਾਵ ਲਿਆ ਕੇ ਇਹਨੂੰ ਬਹੁਤ ਸੰਮਤੀ ਨਾਲ ਰੱਦ ਕਿਉਂ ਨਹੀਂ ਕਰਦੇ? ਸਾਡੀ ਇਹ ਡਿਮਾਂਡ ਹੈ। ਉਧਰ ਇਸ ਮਾਮਲੇ ਦੇ ਕੀ ਕਹਿਣਾ ਹੈ ਕੈਪਟਨ ਸਾਹਿਬ ਦੇ OSD ਦਾ, ਦੇਖੋ। ਮੁੱਖ ਮੰਤਰੀ ਸਾਹਿਬ ਦੇ ਕੋਲੇ ਕਾਫੀ ਸਾਰੇ ਇਹੋ ਜਿਹੇ ਡਿਮਾਂਡਸ ਆਉਂਦੀਆਂ, ਉਹਨੂੰ ਸਰਕਾਰ ਦਾ ਇੱਕ ਆਪਦਾ ਸਿਸਟਮ ਹੁੰਦਾ, ਉਹਨੂੰ ਵੇਖ ਕੇ ਕਿਸ ਤਰੀਕੇ ਨਾਲ ਉਸ ਤੇ ਜੋ ਵੀ ਐਕਸ਼ਨ, ਜੋ ਵੀ ਰੈਲੇਵੈਂਟ ਐਕਸ਼ਨ ਹੁੰਦਾ ਉਹ ਸਰਕਾਰਾਂ ਲੈਂਦੀਆਂ। ਜੋ ਸਰਕਾਰਾਂ ਸੁਝਾਅ ਆਉਂਦੇ ਸਰਕਾਰ ਉਸ ਤੇ ਜ਼ਰੂਰ ਗੌਰ ਫਰਮਾਉਂਦੀ ਹੈ, ਬਟ ਅੱਜ ਆਹੀ ਆਇਆ ਇਸ ਤੇ ਵੀ ਜ਼ਰੂਰ ਜੋ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਜ਼ਰੂਰ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਵਿੰਦਰ ਸਿੰਘ ਵੀਲਾ ਵੱਲੋਂ ਲਗਾਏ ਗਏ ਬੈਨਰ ਦੀ ਤਸਵੀਰ ਨਾਲ ਛੇੜਛਾੜ ਕਰ ਕਿਸੇ ਸ਼ਰਾਰਤੀ ਵਿਅਕਤੀ ਨੇ ਭਗਵੰਤ ਮਾਨ ਫੈਨ ਗਰੁੱਪ ਵਿੱਚ ਸ਼ੇਅਰ ਕਰ ਦਿੱਤੀ। ਵਿਅਕਤੀ ਵੱਲੋਂ ਲਿਖਿਆ ਗਿਆ ਕਿ ਹਰ ਪਿੰਡ ਹਰ ਸ਼ਹਿਰ ਦੀ ਪੁਕਾਰ, ਕਦੇ ਵੀ ਨਾ ਆਵੇ ਅਕਾਲੀ ਦਲ ਦੀ ਸਰਕਾਰ। ਇਸ ਮਾਮਲੇ ਵਿੱਚ ਕਾਫੀ ਵੱਡਾ ਮੋੜ ਉਸ ਸਮੇਂ ਦੇਖਣ ਨੂੰ ਮਿਲਿਆ ਜਦੋਂ ਅਕਾਲੀ ਦਲ ਵੱਲੋਂ ਭਗਵੰਤ ਮਾਨ ਖਿਲਾਫ SSP ਨੂੰ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਤੋਂ ਬਾਅਦ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਇੱਕ ਦੂਜੇ ਤੇ ਵੱਡੇ ਇਲਜ਼ਾਮ ਲਗਾਏ ਗਏ। ਕੁਝ ਸਮੇਂ ਪਹਿਲਾਂ ਹੀ ਆਮ ਆਦਮੀ ਪਾਰਟੀ ਛੱਡ ਕੇ ਬਰਨਾਲਾ ਤੋਂ ਦਵਿੰਦਰ ਵੀਲਾ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਏ ਸੀ, ਜਿਸ ਤੋਂ ਬਾਅਦ ਉਹ ਕਾਫੀ ਸਰਗਰਮ ਨੇ। ਬੀਤੇ ਦਿਨੀ ਵੀਲਾ ਵੱਲੋਂ ਬਰਨਾਲਾ 'ਚ ਸ਼੍ਰੋਮਣੀ ਅਕਾਲੀ ਦਲ ਦੇ ਪੋਸਟਰ ਲਗਾਏ ਗਏ ਸੀ, ਪਰ ਇਹਨਾਂ ਪੋਸਟਰਾਂ ਕਰਕੇ ਮਾਮਲਾ ਉਦੋਂ ਪੱਕ ਗਿਆ ਜਦੋਂ ਇਹ ਪੋਸਟਰ ਭਗਵੰਤ ਮਾਨ ਫੈਨ ਗਰੁੱਪ 'ਚ ਪਾਏ ਜਾਂਦੇ ਨੇ। ਪਰ ਗਰੁੱਪ 'ਚ ਪਾਏ ਗਏ ਪੋਸਟਰ ਅਤੇ ਵੀਲਾ ਵੱਲੋਂ ਦਿਖਾਏ ਪੋਸਟਰ ਦੋਵੇਂ ਅਲੱਗ-ਅਲੱਗ ਨੇ। ਗਰੁੱਪ ਵਾਲੇ ਪੋਸਟਰ ਤੇ ਲਿਖਿਆ ਹੈ ਕਿ ਹਰ ਪਿੰਡ ਹਰ ਸ਼ਹਿਰ ਦੀ ਪੁਕਾਰ, ਕਦੀ ਨਾ ਆਵੇ ਅਕਾਲੀ ਦਲ ਦੀ ਸਰਕਾਰ, ਅਤੇ ਵੀਲਾ ਵੱਲੋਂ ਦਿਖਾਏ ਗਏ ਪੋਸਟਰ ਤੇ ਲਿਖਿਆ ਹੈ ਕਿ ਹਰ ਪਿੰਡ ਹਰ ਸ਼ਹਿਰ ਦੀ ਪੁਕਾਰ, 2022 'ਚ ਸ਼੍ਰੋਮਣੀ ਅਕਾਲੀ ਦੀ ਸਰਕਾਰ।
ਮੁੱਦਾ ਹੁਣ ਭਖਦਾ ਨਜ਼ਰ ਆ ਰਿਹਾ। ਦੋਵੇਂ ਧਿਰਾਂ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੀਆਂ ਨੇ। ਇਸ ਮਾਮਲੇ ਤੇ ਦਵਿੰਦਰ ਬੀਲਾ ਨੇ ਭਗਵੰਤ ਮਾਨ ਦੇ ਖਿਲਾਫ ਐਸਐਸਪੀ ਨੂੰ ਸ਼ਿਕਾਇਤ ਦਰਜ ਕਰਵਾਈ ਹੈ। ਪਹਿਲਾਂ ਜਾਣਦੇ ਹਾਂ ਬੀਲਾ ਦਾ ਭਗ। ਇਹ ਜੀ ਮੈਂ 15 ਤਰੀਕ ਨੂੰ ਫਲੈਕਸ ਬੋਰਡ ਲਗਵਾਏ ਸੀਗੇ ਸੁਤੰਤਰਤਾ ਦਿਵਸ ਦੇ ਉੱਤੇ, ਔਰ ਨਾਲ ਮੈਂ ਲਗਵਾਏ ਸੀਗੇ ਕਿ ਹਰ ਪਿੰਡ ਹਰ ਸ਼ਹਿਰ ਦੀ ਪੁਕਾਰ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ। ਤੁਸੀਂ ਪਿੱਛੇ ਦੇਖ ਸਕਦੇ ਹੋ, ਲੱਗੇ ਹੋਏ ਨੇ ਉੱਥੇ, ਮੇਰਾ ਦਫ਼ਤਰ ਹੈ ਇੱਧਰ। ਔਰ ਜਦੋਂ ਮੈਂ ਕੱਲ੍ਹ 17 ਤਰੀਕ ਨੂੰ ਉੱਠਿਆ ਤਾਂ ਮੈਨੂੰ ਇੱਕ ਫ਼ੋਨ ਆਇਆ ਕਿ ਜੀ ਤੁਹਾਡੇ ਤੋਂ ਫਲੈਕਸ ਗਲਤ ਲੱਗ ਗਏ। ਮੈਂ ਕਿਹਾ ਜੀ ਕੀ ਹੋ ਗਿਆ? ਕਹਿੰਦੇ ਉਹ 'ਤੇ ਲਿਖਿਆ ਹੈ ਕਿ 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਥਾਂ 'ਤੇ ਲਿਖਿਆ ਕਿ ਕਦੇ ਵੀ ਨਾ ਆਵੇ ਅਕਾਲੀ ਦਲ ਦੀ ਸਰਕਾਰ, ਇਹ ਲਿਖਿਆ। ਮੈਂ ਕਿਹਾ ਜੀ ਇਹ ਐਡਿਟ ਕਰੀ ਹੋਈ ਹੈ, ਤੁਸੀਂ ਫੌਂਟ ਚੈੱਕ ਕਰੋ। ਸੋ ਉਹਨਾਂ ਨੇ ਜਦੋਂ ਦੇਖਿਆ ਧਿਆਨ ਦੇ ਨਾਲ ਕਿ ਬਿਲਕੁਲ ਇਹ ਆਮ ਆਦਮੀ ਪਾਰਟੀ ਵਾਲੇ, ਇਹਨਾਂ ਦੇ ਬਹੁਤ ਫੇਕ ਆਈਡੀਜ਼ ਨੇ, ਮਾਮਾ ਭੈਣਾਂ ਦੀਆਂ ਗਾਲਾਂ ਵੀ ਸਾਰਾ ਦਿਨ ਕੱਢਦੇ ਰਹਿੰਦੇ ਨੇ ਇਹ। ਕਿਉਂਕਿ ਮੈਂ ਇੱਕ ਬੇਨਤੀ ਕੀਤੀ ਸੀ ਇਹਨਾਂ ਨੂੰ ਬਹੁਤ ਟਾਈਮ ਦੇ ਨੇ, ਜਦੋਂ ਦਾ ਮੈਂ ਸ਼੍ਰੋਮਣੀ ਅਕਾਲੀ ਦਲ ਵਿੱਚ ਆਇਆ, ਇਹਨਾਂ ਨੂੰ ਛੱਡ ਕੇ ਜਦੋਂ ਮੈਂ ਇਹਨਾਂ ਦਾ ਨਕਲੀ ਇਨਕਲਾਬ ਦੇਖਿਆ ਕਿ ਆਪਾਂ ਸੋਸ਼ਲ ਮੀਡੀਆ ਤੇ ਸਾਰਿਆਂ ਦੀਆਂ ਮਾਮਾ ਭੈਣਾਂ ਦੇਖਦੀਆਂ ਨੇ, ਸਾਰੇ ਆਪਣੇ ਪਰਿਵਾਰ ਨੇ। ਰਾਜਨੀਤੀ ਇੱਕ ਤੁਸੀਂ ਕਿਸੇ ਗੱਲ 'ਤੇ ਕਰੋ, ਤੁਸੀਂ ਤਰਕ 'ਤੇ ਕਰੋ, ਹੈ ਨਾ। ਅਤੇ ਇਹ ਬਾਜ਼ ਨਹੀਂ ਆਏ। ਇਹ ਭਗਵੰਤ ਮਾਨ ਯੂਥ ਫੈਨ ਦੇ ਪੇਜ ਤੋਂ ਇਹ ਜਿਹੜੀ ਹਰਕਤ ਹੋਈ ਹੈ, ਔਰ ਨਾਲ ਬਹੁਤ ਸਾਰੇ ਇਹਦੇ ਵਿੱਚ ਮੁੰਡੇ ਨੇ, ਮਹਿਤਾ ਹੈ, ਦਲਵੀਰ ਹੈ, ਸਾਰਿਆਂ 'ਤੇ ਅੱਜ ਐਸਐਸਪੀ ਸਾਹਿਬ ਦੇ ਕੋਲੇ ਅਸੀਂ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ ਜਿਹੜੀਆਂ ਹੈਗੀਆਂ ਨੇ, ਤਾਜੀਰਾ ਤੇ ਹਿੰਦ ਐਂਡ ਸਾਈਬਰ ਕ੍ਰਾਈਮ, ਉਹ ਸਾਰੀਆਂ ਧਾਰਾਵਾਂ ਅਸੀਂ ਮੰਗ ਕੀਤੀ ਹੈ। ਔਰ ਨਾਲ ਹੀ ਮੈਂ ਐਮਪੀ ਸਾਹਿਬ ਦੀ ਬਰਖਾਸਤੀ ਦੀ ਮੰਗ ਕਰੀ ਕਿ ਇਹਨੂੰ ਬਰਖਾਸਤ ਕਰੋ, ਕਿਉਂਕਿ ਪਾਰਲੀਮੈਂਟ ਵਿੱਚ ਵੀ ਜਾ ਕੇ ਇਹ ਦਾਰੂ ਪੀ ਕੇ ਜਾਂਦਾ ਹੈ। ਔਰ ਇਹ ਇੱਕ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਇਹ ਗੱਲਾਂ ਕੰਟਰੋਲ ਹੀ ਨਹੀਂ ਕਰ ਸਕਿਆ ਕਿ ਸਾਡੀ ਪਾਰਟੀ ਕੀ ਕਰ ਰਹੀ ਹੈ। ਅਸੀਂ ਜੀ ਭਗਵੰਤ ਮਾਨ ਦੇ ਖਿਲਾਫ, ਨਾਲ ਉਹਦੇ ਜਿੰਨੇ ਵੀ ਇਹਦੇ ABCDEFGH ਬੰਦੇ ਨੇ, ਨਾਲ ਸਾਰੇ ਉਹਨਾਂ ਦੇ IP ਜਿਹੜੇ ਹੈਗੇ ਨੇ, ਕੱਢ ਕੇ ਸਾਰਾ ਸਿਸਟਮ, ਬਹੁਤ ਵੱਡਾ ਇੱਕ ਚਿੱਠਾ, ਐਡਾ ਚਿੱਠਾ ਦਿੱਤਾ ਹੈ। ਉਹ ਅਸੀਂ ਐਸਪੀ ਸਾਹਿਬ ਨੂੰ ਦੇਖਿਆ ਕਿ ਤੁਸੀਂ ਇਹਦੀ ਕਰਕੇ ਜਾਂਚ ਸਾਈਬਰ ਕ੍ਰਾਈਮ ਰਾਹੀਂ, ਔਰ ਨਾਲ ਇਹਨਾਂ 'ਤੇ ਜਿਹੜੀ ਧਾਰਾਵਾਂ ਲਾਓ। ਇਹਦੀ ਕਾਪੀ PM ਸਾਹਿਬ ਸ਼੍ਰੀ ਨਰਿੰਦਰ ਮੋਦੀ, CM ਸਾਹਿਬ, ਕੈਪਟਨ ਸਾਹਿਬ, ਮਿਨਿਸਟਰੀ ਆਫ ਹੋਮ ਅਫੇਅਰਸ, IG ਚੰਡੀਗੜ੍ਹ, SSP ਸਾਹਿਬ ਬਰਨਾਲਾ ਸੰਗਰੂਰ, DC ਬਰਨਾਲਾ ਐਂਡ ਸੰਗਰੂਰ ਕੋਲ ਵੀ ਕਾਪੀ ਚਲੀ ਗਈ। ਇਹ ਤਾਂ ਜੀ ਮੇਰੇ ਕੋਲ ਚਿੱਠਾ ਬਹੁਤ ਬੜਾ ਹੈ ਤੇ ਇਹ ਮੈਂ ਤੁਹਾਨੂੰ WhatsApp ਕਰ ਦੂੰਗਾ। ਬਹੁਤ ਵੱਡਾ ਚਿੱਠਾ ਹੈ ਇਹ, ਭਗਵੰਤ ਮਾਨ ਫੈਨ ਪੇਜ ਤੋਂ ਲੈ ਕੇ ਥੱਲੇ। ਕਿਉਂਕਿ ਦੇਖੋ, ਤੁਹਾਡੇ ਨਾਂ 'ਤੇ ਜਦੋਂ ਕੋਈ ਪੇਜ ਚੱਲੇ ਤੁਹਾਨੂੰ ਪਤਾ ਹੋਣਾ ਚਾਹੀਦਾ। ਉਹਨਾਂ ਨੇ ਇੱਕ ਟੁੱਚੀ ਹਰਕਤ ਕਰੀ ਹੈ ਕਿ ਬੀਲਾ ਬਾਉਂਸਰਾਂ ਵਾਲਾ, ਉਹ ਹੁਣ ਮੈਂ ਬੰਦ ਕਰਵਾ ਰਿਹਾ ਫੇਸਬੁੱਕ ਤੋਂ, ਔਰ ਜਿਹਨੇ ਵੀ ਉਹ ਬਣਵਾਈ ਹੈ ਉਹ ਮੈਨੂੰ ਦੇ ਦੇਣੀ ਹੈ ਫੇਸਬੁੱਕ ਵਾਲਿਆਂ ਨੇ ਉਹਦੀ ਇਨਫੋਰਮੇਸ਼ਨ ਕਿ ਕਿਹੜੇ IP ਐਡਰੈਸ ਤੋਂ ਪਈ ਆ, ਉਹ 'ਤੇ ਵੀ ਕੇਸ ਹੋਏਗਾ ਅਲੱਗ ਤੌਰ 'ਤੇ। ਵੀਰ ਜੀ ਜਿਹੜੇ ਬਰਨਾਲਾ ਦੇ MLA ਨੇ, ਇਹਨਾਂ ਦਾ ਮੁੰਡਾ ਝਾੜੂ ਵਾਲਿਆਂ ਦਾ, ਉਹਦੇ ਕੋਲੇ ਫੇਕ ਆਈਡੀਜ਼ ਬੜੀਆਂ ਨੇ, 2016 ਤੋਂ 15 ਤੋਂ ਹੀ ਬੜੀਆਂ ਆਈਡੀਜ਼ ਨੇ ਉਹਦੇ ਕੋਲ। ਮੈਂ ਤਾਂ ਇਹਨਾਂ ਦੀ ਰਗ ਤੋਂ ਵਾਕਿਫ ਹਾਂ। ਉਸ ਤੋਂ ਬਾਅਦ ਆਪ ਦੇ ਜ਼ਿਲ੍ਹਾ ਪ੍ਰਧਾਨ ਨੇ ਬੀਲਾ ਵੱਲੋਂ ਲਗਾਏ ਗਏ ਸਾਰੇ ਇਲਜ਼ਾਮਾਂ ਨੂੰ ਨਕਾਰਿਆ ਤੇ ਕਿਹਾ ਕਿ ਬੀਲਾ ਨੇ ਖੁਦ ਇਹ ਸਭ ਕੁਝ ਕੀਤਾ ਹੈ ਮਸ਼ਹੂਰ ਹੋਣ ਲਈ। ਹੋਰ ਕੀ ਕਹਿਣਾ ਹੈ ਉਹਨਾਂ ਦਾ, ਆਓ ਦੇਖਦੇ ਹਾਂ। ਕੀ ਕਹਿਣਾ ਚਾਹੁੰਦੇ ਤੁਸੀਂ ਆਮ ਆਦਮੀ ਪਾਰਟੀ ਵੱਲੋਂ? ਦੇਖੋ ਬਾਈ ਜੀ, ਮੈਂ ਪਹਿਲੀ ਗੱਲ ਤਾਂ ਜੇ ਕੋਈ ਇਹੋ ਜਿਹੀ ਹਰਕਤ ਹੁੰਦੀ ਆ ਮੈਂ ਉਹਦੀ ਨਿੰਦਾ ਕਰਦਾ, ਪਰ ਮੈਂ ਨਾਲ ਦੀ ਨਾਲ ਇਹ ਵੀ ਕਹਿਣਾ ਚਾਹਣਾ ਵੀ ਇਹ ਸਾਡੀ ਪਾਰਟੀ ਦੇ ਕਿਸੇ ਵੀ ਰਜਿਸਟਰਡ ID ਤੋਂ ਨਹੀਂ ਪੈਂਦੀ ਇਹੋ ਜਿਹੀ ਗੱਲ, ਠੀਕ ਹੈ ਨਾ। ਇਹ ਹੁਣ ਪੇਜ ਨੇ, ਪਤਾ ਨਹੀਂ ਕਿੰਨੀ ਦੁਨੀਆ ਭਗਵੰਤ ਮਾਨ ਫੈਨ ਪੇਜ ਬਣਾਈ ਬੈਠੀ ਆ, ਮੀਤ ਹੇਅਰ ਫੈਨ ਪੇਜ ਬਣਾਈ ਬੈਠੀ ਆ, ਬਹੁਤ ਦੁਨੀਆ ਫੋਲੋ ਕਰਦੀ ਆ। ਸੋ ਤੇ ਬਾਕੀ ਨਾਲ ਦੀ ਨਾਲ ਮੈਨੂੰ ਤਾਂ ਇਹ ਗੱਲ ਲੱਗ ਰਹੀ ਆ ਵੀ ਬੀਲਾ ਸਾਹਿਬ ਖੁਦ ਹੀ ਇਹ ਪਵਾਉਂਦੇ ਆ ਪ੍ਰਸਿੱਧ ਹੋਣ ਦੇ ਲਈ, ਕਿਉਂਕਿ ਉਹਨਾਂ ਨੂੰ ਲਾਈਵ ਹੋਣ 'ਤੇ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ। ਰੋਜ਼ ਉਹ 3-3 ਵਾਰ ਲਾਈਵ ਹੁੰਦੇ ਆ। ਸੋ ਕੋਈ ਵੀ ਛੋਟੀ ਜਿਹੀ ਗੱਲ ਹੋਵੇ ਉਹਨਾਂ ਨੇ ਲਾਈਵ ਹੋਣਾ ਹੁੰਦਾ। ਸੋ ਮੈਂ ਤਾਂ ਇਹੀ ਸਮਝਦਾ ਵੀ ਇਹਨਾਂ ਨੂੰ ਇਹ ਬਹਾਨਾ ਚਾਹੀਦਾ। ਸੋ ਇਹ ਸਿਰਫ ਆਪਦੀ ਫੇਮਸ, ਆਪਣੇ ਆਪ ਨੂੰ ਫੇਮਸ ਕਰਨ ਲਈ ਇਹ ਹਰਕਤਾਂ ਕਰ ਰਹੇ ਆ ਬੀਲਾ ਸਾਹਿਬ, ਮੈਨੂੰ ਇਹੀ ਗੱਲ ਲੱਗ ਰਹੀ ਆ। ਅਤੇ ਨਾਲ ਦੀ ਨਾਲ ਮੈਂ ਇਹ ਵੀ ਕਹਿਣਾ ਚਾਹੂੰਗਾ, ਦੇਖੋ ਜਿਵੇਂ ਇੰਗਲਿਸ਼ 'ਚ ਕਹਿੰਦੇ ਹੁੰਦੇ ਆ ਵੀ ਲਿਟਲ ਨੌਲੇਜ ਇਜ਼ ਡੇਂਜਰਸ ਥਿੰਗ। ਸੋ ਮੈਂ ਇਹਨਾਂ ਨੇ ਇੱਕ ਵੀਡੀਓ ਪਾਈ ਸੀ 4 ਦਿਨ ਪਹਿਲਾਂ, ਅਸੀਂ ਗਲੀ 'ਚ ਇਹਨਾਂ ਨੇ ਪਾਣੀ ਦਿਖਾਇਆ ਜੀ, ਦੇਖੋ ਕਹਿੰਦੇ ਝਾੜੂ ਵਾਲਿਆਂ ਦੇ MLA ਨੇ ਇੱਥੇ ਤੇ ਕੀ ਵਿਕਾਸ ਹੋਇਆ ਬਰਨਾਲੇ ਦਾ। ਬੀਲਾ ਸਾਹਿਬ, ਆਈ ਜਸਟ ਵਾਂਟ ਟੂ ਟੈਲ ਯੂ ਵਨ ਥਿੰਗ ਕਿ ਪਿਛਲੇ 10 ਸਾਲਾਂ ਤੋਂ ਅਕਾਲੀ ਦਲ ਦੀ ਮਿਊਨਿਸਪਲ ਕਮੇਟੀ ਦੇ ਉੱਪਰ ਕਬਜ਼ਾ, ਤੇ ਤੁਹਾਨੂੰ ਮੈਂ ਦੱਸਣਾ ਚਾਹਣਾ, ਯੂ ਆਰ ਰਿਟਰਨ ਫਰੋਮ ਅਮਰੀਕਾ। ਮੈਂ ਤੁਹਾਡੀ ਨੌਲੇਜ 'ਚ ਵਾਧਾ ਕਰਨਾ ਚਾਹਣਾ ਵੀ ਜਿਹੜੇ ਡਿਵੈਲਪਮੈਂਟ ਦੇ ਕੰਮ ਹੁੰਦੇ ਆ, ਸ਼ਹਿਰ ਦੇ ਵਿਕਾਸ ਦੇ ਕੰਮ ਹੁੰਦੇ ਆ, ਉਹ ਮਿਊਨਿਸਪਲ ਕਮੇਟੀ ਕਰਾਉਂਦੀ ਹੁੰਦੀ ਆ। ਅਤੇ ਮਿਊਨਿਸਪਲ ਕਮੇਟੀ 'ਤੇ 10 ਸਾਲਾਂ ਦਾ ਅਕਾਲੀ ਦਲ ਦਾ ਕਬਜ਼ਾ, ਤੁਹਾਨੂੰ ਇਹ ਮੈਨੂੰ ਲੱਗਦਾ ਪਤਾ ਹੀ ਨਹੀਂ ਇਹਨਾਂ ਨੂੰ। ਨੀਮ ਹਕੀਮ ਖਤਰਾ ਜਾਣ ਵੀ ਇਹ ਪਤਾ ਹੀ ਨਹੀਂ ਲਾਈਵ ਹੋਣ ਲਈ ਕੀ ਕਰੀ ਜਾਂਦੇ ਆ। ਹੁਣ ਮੈਂ ਤੁਹਾਨੂੰ ਇੱਕ ਹੋਰ ਇਹਨਾਂ ਦੀ ਆਹ ਦੇਖੋ, ਇਹਨੂੰ ਕਾਈਂਡਲੀ ਇਹਨੂੰ ਦਿਖਾਓ। ਇਹ ਦਵਿੰਦਰ ਸਿੰਘ ਬੀਲਾ ਦੇ 2019 'ਚ ਆਪਣੇ ਪੇਜ ਤੋਂ ਪਈ ਵੀ ਆ, ਅਤੇ ਇਹਨਾਂ ਨੇ ਕਿਹਾ ਵਾ ਬਾਦਲਾਂ ਦਾ ਟੱਬਰ ਵੀ ਉਹ ਗਊ ਹੈ ਜਿਹੜੀ
ਪੱਠੇ ਤਾਂ ਸਿੱਖ ਕੌਮ ਦੇ ਖਾਦੀ ਆ, ਦੁੱਧ ਆਰਐਸਐਸ ਵਾਲਿਆਂ ਨੂੰ ਦਿੰਦੀ ਆ। ਤੁਸੀਂ ਦੇਖੋ, ਮੈਂ ਇਹ ਨਹੀਂ ਕਹਿੰਦਾ ਵੀ ਚਲੋ ਬਾਦਲਾਂ ਖਿਲਾਫ ਵੀ ਬੋਲਣਾ, ਕਿਸੇ ਹੋਰ ਲੀਡਰ ਖਿਲਾਫ ਵੀ ਬੋਲਣਾ। ਤੁਸੀਂ ਇਹ ਲੋਕਾਂ ਦੀ ਸ਼ਬਦਾਵਲੀ ਦੇਖੋ, ਗਊ ਆ, ਦੁੱਧ ਦਿੰਦੀ ਆ, ਮਤਲਬ ਕਿ ਉਹੀ ਹੁਣ ਕਹਿੰਦੇ ਆ ਸੁਖਬੀਰ ਬਾਦਲ ਜਿੰਦਾਬਾਦ, ਅਕਾਲੀ ਦਲ ਜਿੰਦਾਬਾਦ। ਸੋ ਕੀ ਇਹਨਾਂ ਲੋਕਾਂ ਦੇ ਕਿਰਦਾਰ ਨੇ? ਮੈਂ ਸਮਝਦਾ ਜੇ ਆਪਾਂ ਇਹਨਾਂ ਦੇ ਗੱਲ ਵੀ ਕਰਦੇ ਆ, ਇਟਸ ਅ ਵੇਸਟੇਜ ਆਫ ਟਾਈਮ, ਇਟਸ ਅ ਵੇਸਟੇਜ ਆਫ એનર્ਜੀ। ਮੈਂ ਤਾਂ ਇਹੀ ਸਮਝਦਾ। ਮਾਮਲਾ ਅੰਮ੍ਰਿਤਸਰ ਦਾ, ਜਿੱਥੇ ਦੇਰ ਰਾਤ ਕਰੀਬ 200 ਤੋਂ ਵੱਧ ਨੌਜਵਾਨਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਦਿਖਾਉਂਦਿਆਂ ਕਰੀਬ 1.5 ਘੰਟੇ ਤੱਕ ਗੋਲੀਆਂ ਚਲਾਈਆਂ ਗਈਆਂ। ਦੂਰ ਖੜੀ ਪੁਲਿਸ ਕਾਰਵਾਈ ਕਰਨ ਦੀ ਬਜਾਏ ਦਰਸ਼ਕਵੰਦ ਤਮਾਸ਼ਾ ਵੇਖਦੀ ਰਹੀ। ਇਹ ਸਾਰੀ ਸ਼ਰਮਨਾਕ ਘਟਨਾ ਕਿਸੇ ਨੇ ਆਪਣੇ ਮੋਬਾਈਲ ਦੇ ਕੈਮਰੇ ਵਿੱਚ ਕੈਦ ਕਰ ਲਈ। ਅੰਮ੍ਰਿਤਸਰ ਦੇ ਅਰਬਨ ਸਟੇਟ ਕਲੋਨੀ 'ਚ ਦੇਰ ਰਾਤ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਗੁੰਡਾਗਰਦੀ ਵਾਲੇ 200 ਤੋਂ ਵੱਧ ਨੌਜਵਾਨਾਂ ਵੱਲੋਂ ਇਕੱਠੇ ਹੋ ਕੇ ਕਰੀਬ 1.5 ਘੰਟੇ ਤੱਕ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਗੋਲੀਆਂ ਚਲਾਈਆਂ ਗਈਆਂ ਅਤੇ ਸ਼ਰਮ ਵਾਲੀ ਗੱਲ ਇਹ ਰਹੀ ਕਿ ਪੁਲਿਸ ਨੇ ਕਾਰਵਾਈ ਕਰਨ ਦੀ ਬਜਾਏ ਖੜ ਕੇ ਤਮਾਸ਼ਾ ਦੇਖਿਆ। ਨੌਜਵਾਨਾਂ ਨੇ ਕਲੋਨੀ ਦੇ ਆਖਿਰ 'ਚ ਬਣੀ ਕੰਧ ਵੀ ਜੀਸੀਬੀ ਮਸ਼ੀਨ ਨਾਲ ਤੋੜ ਦਿੱਤੀ। ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਕਲੋਨੀ ਵਾਲਿਆਂ ਨੇ ਇਹ ਸਾਰਾ ਮੰਜ਼ਰ ਆਪਣੇ ਮੋਬਾਈਲ ਵਿੱਚ ਰਿਕਾਰਡ ਕਰ ਲਿਆ। ਆਖਿਰ ਪੂਰਾ ਮਾਮਲਾ ਹੈ ਕਿ ਆਓ ਜਾਣਦੇ ਹਾਂ। ਅਸੀਂ ਅਰਬਨ ਸਟੇਟ ਕਲੋਨੀ ਦੇ ਰਹਿਣ ਵਾਲੇ ਹਾਂ ਜੀ। ਕਿਸ ਜਗ੍ਹਾ ਦੀ? ਕਿਸ ਜਗ੍ਹਾ ਤੇ ਅਰਬਨ ਸਟੇਟ ਕਲੋਨੀ? ਅਰਬਨ ਸਟੇਟ ਕਲੋਨੀ ਹੈ ਜਿਹੜੀ ਹੈ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੇ ਬਿਲਕੁਲ ਨੀਅਰ ਹੈ, ਨੇੜੇ ਗੁਰਦੁਆਰੇ ਦੇ। ਜੀ। ਰਾਮਤੀਰਥ ਰੋਡ ਵੀ ਇਹਨੂੰ ਕਿਹਾ ਜਾਂਦਾ ਹੈ, ਲਿੰਕ ਰੋਡ ਕਿਹਾ ਜਾਂਦਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦਾ। ਉਹਦੇ ਉੱਤੇ ਅਰਬਨ ਸਟੇਟ ਕਲੋਨੀ ਹੈ। ਕੀ ਵਾਕਿਆ ਕੀ ਹੋਇਆ ਜਿਹੜੇ ਗੋਲੀਆਂ ਚਲਾਈਆਂ ਗਈਆਂ? 13 ਤਰੀਕ ਦੀ ਰਾਤ ਨੂੰ ਸਾਡੇ ਇੱਥੇ ਪਿਛਲੇ ਪਾਸੇ ਕਲੋਨੀ ਦੇ ਬੈਕ ਸਾਈਡ ਤੇ ਜਿਹੜੇ ਪਲਾਟ ਨੇ ਸਾਡੇ, ਉਹਨਾਂ ਦੇ ਵਿੱਚ ਕੁਝ ਕੋਠੀਆਂ ਬਣੀਆਂ ਹੋਈਆਂ ਨੇ। 2 ਪਲਾਟ ਖਾਲੀ ਸੀਗੇ, ਜਿਨ੍ਹਾਂ ਦੇ ਵਿੱਚੋਂ ਦੀ ਨਾਜਾਇਜ਼ ਉਹਨਾਂ ਨੇ ਰਾਤ ਦੇ ਤਕਰੀਬਨ 12:30 ਵਜੇ ਤੋਂ ਲੈ ਕਰਕੇ 2:30 ਵਜੇ ਤੱਕ ਅੰਧਾ ਧੁੰਦ ਗੋਲੀਆਂ ਵੀ ਚਲਾਈਆਂ ਤੇ ਉਹਨਾਂ ਨੇ 2-250 ਨਾਲ ਆਦਮੀ ਲੈ ਕਰਕੇ ਆਏ ਸੀਗੇ ਤੇ ਨਾਲ ਹੀ ਉਹਨਾਂ ਨੇ ਜੀਸੀਪੀ, ਨਾਲ ਹੀ ਉਹ ਡਾਂਗਾਂ ਤੇ ਹਥਿਆਰ ਲੈ ਕਰਕੇ ਆਏ। ਆ ਕਰਕੇ ਉਹਨਾਂ ਨੇ ਲਲਕਾਰੇ ਮਾਰਦਿਆਂ ਹੋਇਆਂ ਜਿਹੜੀ ਦੀਵਾਰ ਉਹ ਤੋੜ ਦਿੱਤੀ। ਜਿਸ ਵੇਲੇ ਸਾਨੂੰ ਕਲੋਨੀ ਨੂੰ ਪਤਾ ਲੱਗਾ, ਅਸੀਂ ਸਾਰੇ ਇਕੱਠੇ ਹੋ ਕਰਕੇ ਗਏ, ਉਹਨਾਂ ਨੂੰ ਬੇਨਤੀਆਂ ਵੀ ਕੀਤੀਆਂ। ਉਹਨਾਂ ਨੇ ਫਿਰ ਅੱਗੋਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਫਾਇਰ ਜਿਹੜੀ ਸੀ ਉਹ ਕਰੀ ਜਾ ਰਹੇ ਸੀ। ਅਸੀਂ ਪ੍ਰਸ਼ਾਸਨ ਨੂੰ ਫੋਨ ਕੀਤਾ, ਪ੍ਰਸ਼ਾਸਨ ਵਾਲੇ ਵੀ ਆ ਗਏ। ਪ੍ਰਸ਼ਾਸਨ ਦੇ ਹੁੰਦਿਆਂ ਵੀ ਉਹ ਜੀਸੀਪੀ ਉਹ ਚਲਾਈ ਗਏ, ਉਹ ਆਪਣਾ ਕੰਮ ਉਹਨਾਂ ਨੇ ਜਾਰੀ ਰੱਖਿਆ। ਫਿਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ, ਪੁਲਿਸ ਨੂੰ, ਭਈ ਤੁਹਾਡੇ ਇਹ ਮੌਜੂਦਗੀ ਦੇ ਵਿੱਚ ਵੀ ਆਪਣਾ ਕੰਮ ਕਰੀ ਜਾ ਰਹੇ ਨੇ, ਸਾਨੂੰ ਗਾਲਾਂ ਵੀ ਕੱਢੀ ਜਾ ਰਹੇ ਨੇ ਤੇ ਫਿਰ ਇਹ ਆਪਣਾ ਮਿੱਟੀ ਵੀ ਪਾਈ ਜਾ ਰਹੇ ਨੇ, ਤੁਸੀਂ ਇਹਨਾਂ ਨੂੰ ਰੋਕਦੇ ਕਿਉਂ ਨਹੀਂ? ਫਿਰ ਜਾ ਕਰਕੇ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਣਾ ਕੀਤਾ, ਜਾਂ ਜਿੱਥੇ ਜਾ ਕਰਕੇ ਫਿਰ ਉਹ ਆਪਣੇ ਵਾਪਸ ਘਰਾਂ ਨੂੰ ਗਏ, ਪਰ ਗਾਲਾਂ ਕੱਢਦੇ ਸਾਨੂੰ ਗਏ। ਇਹ ਸਾਡੇ ਕਲੋਨੀ ਵਾਲੇ ਦੇ ਨਾਲ ਬਹੁਤ ਧੱਕਾ ਹੋਇਆ, ਸਾਡੇ ਬੱਚੇ ਸਾਹਮਣੇ ਹੋਏ ਹਨ। ਖਾਸ ਕਰਕੇ ਤਾਂ ਇੱਕ ਜ਼ਰੂਰੀ ਉਹਨਾਂ ਨੇ ਜੋ ਕੀਤਾ ਹੈ, ਬਹੁਤ ਘਟੀਆ ਕਰਮ ਕੀਤਾ ਆ ਕਿ ਨਾਲ ਹੀ 2 ਪ੍ਰਾਪਰਟੀਆਂ ਸੀਗੀਆਂ, ਭਾਵ 2 ਕੋਠੀਆਂ ਬਣੀਆਂ ਹੋਈਆਂ। ਮੁੰਡਿਆਂ ਨੇ ਡਾਂਗਾਂ ਦੇ ਨਾਲ, ਸੋਟਿਆਂ ਦੇ ਨਾਲ ਗਾਲਾਂ ਕੱਢਦੀਆਂ ਹੋਇਆਂ ਉਹਨਾਂ ਦੇ ਅੱਗੇ ਜਿਹੜੇ ਗੇਟਾਂ ਦੇ ਉੱਤੇ ਗਮਲੇ ਲੱਗੇ ਹੁੰਦੇ ਆ, ਉਹ ਵੀ ਤੋੜ ਦਿੱਤੇ। ਕਿੰਨੇ ਚਿਰ ਤੱਕ ਗੋਲੀਆਂ ਚੱਲਦੀਆਂ ਰਹੀਆਂ ਜੀ? ਇਹ ਗੋਲੀਆਂ ਜੀ ਤਕਰੀਬਨ 1.5 ਘੰਟਾ ਚੱਲਦੀਆਂ ਰਹੀਆਂ ਜੀ, ਰੁਕ ਕੇ ਫਾਇਰ ਕਰਦੇ ਰਹੇ। ਉਸ ਤੋਂ ਬਾਅਦ ਤੁਸੀਂ ਪੁਲਿਸ ਨੂੰ ਮੌਕੇ ਤੇ ਬੁਲਾਇਆ ਤੇ ਪੁਲਿਸ ਨੇ ਕੋਈ ਕਾਰਵਾਈ ਕੀਤੀ? ਪੁਲਿਸ ਨੇ ਆ ਕਰਕੇ ਸਾਨੂੰ ਸਗੋਂ ਕਿਹਾ ਕਿ ਪਿੱਛੇ ਹਟ ਕੇ ਤੁਸੀਂ ਰਹੋ, ਕਿਉਂਕਿ ਤੁਹਾਨੂੰ ਕਿਤੇ ਗੋਲੀ ਨਾ ਮਾਰ ਦੇਣ ਸਿੱਧੀ। ਤੇ ਆਪ ਉੱਥੇ ਅੱਗੇ ਗਏ, ਅੱਗੇ ਜਾ ਕਰਕੇ ਤੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਵੀ ਉਹਨਾਂ ਕੋਲੋਂ ਨਹੀਂ ਰੁਕੇ। ਫਿਰ ਸਾਡੇ ਬੇਨਤੀ ਕਰਨ ਤੇ ਫਿਰ ਜਾ ਕਰਕੇ ਵੀ ਤੁਹਾਡੇ ਹੁੰਦਿਆਂ ਵੀ ਇਹ ਚਲਾਈ ਜਾ ਰਹੇ ਨੇ ਤੇ ਇਹਨਾਂ ਨੂੰ ਕਿਉਂ ਨਹੀਂ ਰੋਕਦੇ ਤੁਸੀਂ? ਫਿਰ ਉਹਨਾਂ ਨੇ ਜਾ ਕਰਕੇ ਜਿਹੜਾ ਸੀਗਾ ਉਹ ਉਹਨਾਂ ਨੂੰ ਰੋਕਣਾ ਕੀਤਾ, ਜੀਸੀਪੀ ਜਿਹੜੀ ਸੀ ਉਹ ਰੋਕਣਾ ਕੀਤੀ, ਬੰਦ ਕੀਤੀ। ਅੱਜ ਪੁਲਿਸ ਕਮਿਸ਼ਨਰ ਨੂੰ ਮਿਲੇ, ਉਹਨਾਂ ਨੇ ਕੀ ਹੁਣ ਆਸ਼ਵਾਸਨ ਦਿੱਤਾ? ਪੁਲਿਸ ਕਮਿਸ਼ਨ ਜਿਹੜਾ ਸੀ ਉਹਨੇ ਸਾਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਆ। ਉਹ ਉਹਨਾਂ ਨੇ ਏਡੀਸੀਪੀ ਦੀ ਲਗਾ ਦਿੱਤੀ ਆ ਡਿਊਟੀ। ਉਹਨਾਂ ਨੇ ਮੌਕਾ ਵੇਖਣ ਇਸ ਵੇਲੇ ਆਉਣਾ ਸੀਗਾ, ਹੁਣ ਸ਼ਾਮੀ ਕਿਸੇ ਕਾਰਨ ਨਹੀਂ ਆ ਸਕੇ। ਸਵੇਰੇ ਉਹ ਆਉਣਗੇ, ਸਾਨੂੰ ਫੋਨ ਕਰਕੇ ਆਉਣਗੇ ਤੇ ਉਹ ਆ ਕਰਕੇ ਮੌਕਾ ਵੇਖਣਗੇ। ਮੌਕਾ ਵੇਖ ਕਰਕੇ ਫਿਰ ਉਹ ਸਾਨੂੰ ਅਨੁਸ਼ਾਸਨ ਦਿੱਤਾ ਆ, ਵਿਸ਼ਵਾਸ ਦਵਾਇਆ ਉਹਨਾਂ ਨੇ, ਸੀਪੀ ਸਾਹਿਬ ਨੇ, ਕਿ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ। ਤੁਸੀਂ ਸਾਨੂੰ ਪਤਾ ਲੱਗਾ ਆ ਪਾਸੇ ਤੋਂ ਵੀ ਪਤਾ ਲੱਗਾ ਕਿ ਜਿਹੜੇ ਉੱਥੇ ਵਸਨੀਕ ਨੇ ਉਹ ਬੜੇ ਸ਼ਰੀਫ ਨੇ ਤੇ ਅਸੀਂ ਵੀ ਉਹਨਾਂ ਨੂੰ ਦੱਸਿਆ ਆਪਣੀ ਸਾਰਾ ਕਿ ਅਸੀਂ ਕਿਸ ਤਰ੍ਹਾਂ ਆ ਕਰਕੇ ਬਾਹਰ ਦੇ ਇਲਾਕਿਆਂ ਦੇ ਵਿੱਚੋਂ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਇੱਥੇ ਬੈਠੇ ਹਾਂ, ਆਪਣੀ ਸੇਫਟੀ ਵਾਸਤੇ ਬੈਠੇ ਹਾਂ, ਬੱਚਿਆਂ ਦੇ ਫਿਊਚਰ ਵਾਸਤੇ ਬੈਠੇ ਹਾਂ, ਜਿਹਦੇ ਨਾਲ ਇਹ ਸਾਡੇ ਜਿਹੜੀ ਆ ਪੁਰਜ਼ੋਰ ਸਾਡੀ ਅਪੀਲ ਆ ਪ੍ਰਸ਼ਾਸਨ ਨੂੰ ਵੀ ਔਰ ਪੰਜਾਬ ਸਰਕਾਰ ਨੂੰ ਵੀ ਕਿ ਸਾਡੀ ਇਹ
ਅਪੀਲ ਨੂੰ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਤੇ ਜਿਵੇਂ ਦੀਵਾਰ ਬਣੀ ਹੋਈ ਸੀ ਉਵੇਂ ਸਾਨੂੰ ਸਾਡੀ ਸੇਫਟੀ ਵਾਸਤੇ ਕੰਧ ਬਣਾ ਕੇ ਦਿੱਤੀ ਜਾਵੇ। ਔਰਤਾਂ ਨੇ ਵੀ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਸ਼ਰਾਰਤੀ ਅਨਸਰਾਂ ਤੇ ਨਕੇਲ ਪਾਈ ਜਾਵੇ ਤਾਂ ਜੋ ਇਸ ਤਰ੍ਹਾਂ ਦੇ ਹੁੱਲੜਬਾਜ਼ ਨੌਜਵਾਨ ਅਗਾਂਹ ਤੋਂ ਇਸ ਤਰ੍ਹਾਂ ਦੀ ਹਰਕਤ ਨਾ ਕਰਨ। परसों एक हादसा होया जो कि असी फस्ट टाइम ये सारा कुछ देखा। मैं एक्सपैक्ट तो नहीं करती सी इस कलोनी चों ये सब कुछ होना। जो भी फायर असी सुने रात नूं साडे सारे लिए तो कलोनी लई ही बहुत फस्ट टाइम सीगा, बट हुण तां ये कलोनी बहुत अनसेफ हो चुकी है। सो असी यही चाहते हैं कि जल्दी तो जल्दी ये दीवार दोबारा तो बनाई जाए या फिर इनू कवर किया जाए किसी भी तरीके नाल और इनू कलोनी नूं दोबारा सेफ बनाया जाए। ਹੁਣ ਰੁਕ ਕਰਦੇ ਹਾਂ ਗੁਰਦਾਸਪੁਰ ਵੱਲ। ਗੁਰਦਾਸਪੁਰ ਦੇ ਵਹੀਰਾਮਪੁਰ ਰੋਡ ਤੇ ਇੱਕ ਨਸ਼ੇੜੀ ਨੇ ਆਪਣੇ ਦੂਰ ਦੇ ਮਾਮੇ ਨੂੰ ਸਿਰਫ ਇਸ ਕਾਰਨ ਮੌਤ ਦੇ ਘਾਟ ਉਤਾਰ ਦਿੱਤਾ ਕਿ ਉਹ ਉਸ ਨੂੰ ਨਸ਼ਾ ਕਰਨ ਤੋਂ ਰੋਕਦਾ ਸੀ। ਨਸ਼ੇ ਤੋਂ ਰੋਕਣ ਕਾਰਨ ਦੋਵਾਂ ਵਿਚਕਾਰ ਝਗੜਾ ਹੋਇਆ ਤੇ ਨਸ਼ੇੜੀ ਨੇ ਆਪਣੇ ਮਾਮੇ ਦੇ ਸਿਰ ਵਿੱਚ ਇੱਟ ਮਾਰ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੇਖੋ ਪੂਰਾ ਮਾਮਲਾ। ਉਹ ਮੇਰਾ ਭਰਾ ਇਹਨੂੰ ਮਨਾ ਕਰਦਾ ਸੀ ਵੀ ਤੂੰ ਸਾਡੇ ਘਰ ਸਮੈਕ ਨਾ ਪੀ। ਭਾਜੀ ਇਹਨੂੰ ਮਾਰਤਾ ਬਸ ਇੰਨੀ ਗੱਲ ਤੋਂ ਇਹਨੂੰ। ਇਹ ਖੌਫਨਾਕ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਤੇ ਦੇਖਿਆ ਇਹ ਗੁਰਦਾਸਪੁਰ ਦੀਆਂ ਨੇ, ਜਿੱਥੇ ਬਹਿਰਾਮਪੁਰ ਰੋਡ ਤੇ ਦੇਰ ਰਾਤ ਨਸ਼ੇ ਦੀ ਹਾਲਤ 'ਚ ਇੱਕ ਵਿਅਕਤੀ ਬਬਲੂ ਨੇ ਆਪਣੇ ਹੀ ਰਿਸ਼ਤੇਦਾਰ ਸ਼ਮਸ਼ੇਰ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। 2 ਦਿਨ ਪਹਿਲਾਂ ਦੋਸ਼ੀ ਨਵਜੋਤ ਸਿੰਘ ਉਰਫ ਬਬਲੂ ਮ੍ਰਿਤਕ ਦੇ ਘਰ ਰਹਿਣ ਲਈ ਆਇਆ ਸੀ ਅਤੇ ਨਸ਼ੇ ਦਾ ਆਦੀ ਹੋਣ ਕਾਰਨ ਰੋਜ਼ ਨਸ਼ਾ ਕਰਦਾ ਸੀ। ਸ਼ਮਸ਼ੇਰ ਨੇ ਜਦ ਨਸ਼ਾ ਕਰਨ ਤੋਂ ਉਸ ਨੂੰ ਰੋਕਿਆ ਤਾਂ ਦੋਹਾਂ 'ਚ ਝਗੜਾ ਹੋ ਗਿਆ। ਝਗੜੇ ਦੌਰਾਨ ਸ਼ਮਸ਼ੇਰ ਦੇ ਸਿਰ ਤੇ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਭੈਣ ਨੇ ਰੋ ਮੀਡੀਆ ਨੂੰ ਸਾਰੀ ਕਹਾਣੀ ਦੱਸੀ। ਮੈਨੂੰ ਰਾਤੀ 2 ਵਜੇ ਮੈਂ ਨਾਈਟ ਡੀਐਮਸੀ ਜੌਬ ਕਰਦੀ ਹਾਂ ਲੁਧਿਆਣੇ। ਮੈਨੂੰ ਇਹਦੀ ਮਾਂ ਦਾ ਰਾਤੀ 2 ਵਜੇ ਫੋਨ ਆਇਆ। ਹਾਂਜੀ, ਸਟਾਫ ਨਰਸ ਆ ਮੈਂ ਲੁਧਿਆਣੇ ਡੀਐਮਸੀ। ਮੈਂ ਨਾਈਟ ਡਿਊਟੀ ਤੇ ਸੀਗੀ। ਮੈਨੂੰ 2 ਵਜੇ ਦੀ ਮੰਮੀ ਦਾ ਫੋਨ ਆਇਆ, ਬਬਲੂ ਦੀ ਮੰਮੀ ਜਿਹਨੇ ਮੇਰੇ ਭਰਾ ਨੂੰ ਮਾਰਿਆ। ਕਹਿੰਦੀ ਉਹ ਲੜਦੇ ਪਏ ਨੇ, ਜਾ ਕੇ ਇਹਨਾਂ ਨੂੰ ਬਚਾ ਲੈ। ਮੇਰੇ ਮੁੰਡੇ ਨੇ ਬਬਲੂ ਨੇ ਤੇਰੇ ਭਰਾ ਨੂੰ ਮਾਰ ਦਿੱਤਾ, ਜਾ ਕੇ ਦੇਖ ਉਹਨੂੰ ਮਾਰਤਾ। ਮੈਂ ਕਿਹਾ ਦੀਦੀ ਜਾਓ ਤੁਸੀਂ ਜਾ ਕੇ ਦੇਖੋ। ਕਹਿੰਦੀ ਅਸੀਂ ਬਸ ਪਹੁੰਚਣ ਵਾਲੇ ਹੀ ਆ, ਜਾ ਕੇ ਦੇਖਦੇ ਹਾਂ। ਮੈਂ ਕਿਹਾ ਦੀਦੀ ਤੁਸੀਂ ਕਿਸੇ ਨੂੰ ਫੋਨ ਕਰੋ। ਕਹਿੰਦੀ ਅਸੀਂ ਸਭ ਨੂੰ ਫੋਨ ਕੀਤੇ, ਕੋਈ ਫੋਨ ਨਹੀਂ ਚੱਕਦਾ ਪਿਆ। ਉੱਥੇ ਵੀ ਭਾਜੀ ਲੁਧਿਆਣੇ ਵੀ ਕੇਸ ਇਹਦੇ ਚੱਲਦੇ ਪਏ ਨੇ। ਉੱਥੋਂ ਛੱਡ ਕੇ ਇੱਥੇ ਆਏ ਨੇ, ਲੁਧਿਆਣਾ ਛੱਡ ਕੇ ਇੱਥੇ ਆਏ ਨੇ। ਉੱਥੇ ਸਾਰੇ ਉੱਥੇ ਪੁਲਿਸ ਲੱਗੀ ਹੋਈ ਆ, ਮਗਰ ਮੁੰਡਾ ਸਮੈਕ ਵੇਚਦਾ। ਜੇਲ੍ਹ ਕੱਟ ਕੇ ਆਇਆ, ਇਹਦੀ ਮਾਂ ਨੇ ਜੇਲ੍ਹ ਕੱਟ ਕੇ ਆਇਆ ਉੱਥੋਂ। ਮੇਰੀ ਭੂਆ ਦੀ ਕੁੜੀ ਦਾ ਮੁੰਡਾ ਇਹ। ਇਹਦੇ ਆਪਣੇ ਨਾਨਕਿਆਂ ਨੇ ਰੱਖਿਆ ਨਹੀਂ, ਹਨੂੰਮਾਨ ਚੌਂਕ 'ਚ ਇਹਦੇ ਨਾਨਕੇ ਆ। ਉਹਨਾਂ ਨੇ ਨਹੀਂ ਰੱਖਿਆ ਇਹਨਾਂ ਨੂੰ, ਉਹਨਾਂ ਨੇ ਬੇਇੱਜ਼ਤੀ ਕਰਕੇ ਇਹਨਾਂ ਨੂੰ ਕੱਢਤਾ ਵੀ ਅਸੀਂ ਤੁਹਾਨੂੰ ਨਹੀਂ ਰੱਖਣਾ, ਤੁਹਾਡਾ ਮੁੰਡਾ ਕਤਲ ਕਰਕੇ ਆਇਆ, ਤੁਹਾਡਾ ਮੁੰਡਾ ਸਮੈਕ ਵੇਚਦਾ, ਅਸੀਂ ਨਹੀਂ ਰੱਖਣਾ। ਬੋਰੀ ਬਿਸਤਰਾ ਚੁੱਕ ਕੇ ਇੱਥੇ ਆ ਗਏ। ਮੇਰਾ ਭਰਾ ਰਹਿਣ ਦੇ ਸੀ, ਉਹਨਾਂ ਨੇ ਰੱਖ ਲਿਆ। ਉਹ ਕਹਿੰਦਾ ਚੱਲ ਕੋਈ ਗੱਲ ਨਹੀਂ ਦੀਦੀ, ਥੋੜ੍ਹੇ ਦਿਨ ਦੀ ਗੱਲ ਹੈ, ਰੱਖ ਲੈ। ਅਸੀਂ ਰੱਖ ਲਿਆ। ਉਹ ਸਮੈਕ ਪੀਂਦਾ ਸੀ ਇੱਥੇ। ਉਹ ਮੇਰਾ ਭਰਾ ਇਹਨੂੰ ਮਨਾ ਕਰਦਾ ਸੀ ਵੀ ਤੂੰ ਸਾਡੇ ਘਰ ਸਮੈਕ ਨਾ ਪੀ। ਭਾਜੀ ਇਹਨੂੰ ਮਾਰਤਾ ਬਸ ਇੰਨੀ ਗੱਲ ਤੋਂ। ਇਹਨੂੰ ਸਮੈਕ ਤੋਂ ਵੀ ਤੂੰ ਸਮੈਕ ਸਾਡੇ ਘਰ ਨਾ ਇੱਥੇ ਰੱਖ, ਨਾ ਕੁਛ ਕਰ। ਮੇਰੇ ਛੋਟੇ ਭਰਾ ਨੇ ਛਡਾਇਆ ਉਹਨੂੰ। ਉਹ ਵਿਚਾਰਾ ਡਰਦਾ ਵੀ ਬਾਹਰ ਦੌੜ ਗਿਆ। ਮੈਂ ਕਿਹਾ ਵੀਰੇ ਤੂੰ ਰਿਪੋਰਟ ਲਿਖਾ ਦੇ ਛੇਤੀ ਜਾ ਕੇ। ਉਹ ਪੁਲਿਸ ਵਾਲਿਆਂ ਨੂੰ ਫੜ ਕੇ ਲਿਆਏ, ਮਾਰ ਕੇ। ਦੀ ਜਨਾਨੀ ਉੱਥੇ ਰਹਿੰਦੀ ਸੀ, ਬਬਲੂ ਦੀ ਜਨਾਨੀ, ਉਹ ਵੀ ਇੱਥੇ ਸੀ। ਰਾਤੀ ਮਾਰ ਕੇ ਦੋਨੇ ਜਣੇ ਕਿਰਾਏ ਤੇ ਲਿਆ ਹੋਇਆ ਬਾਗ ਲਾਗੇ ਕਮਰੇ, ਉੱਥੇ ਮਾਰ ਕੇ ਚਲੇ ਗਏ ਨੇ। ਮੇਰੇ ਛੋਟੇ ਭਰਾ ਨੇ ਫਿਰ ਉੱਥੇ ਰਿਪੋਰਟ ਲਿਖਾ ਕੇ ਇਹਨੂੰ ਚੁਕਾਇਆ। ਸਿਰ ਚਿੱਟਾ ਮਾਰੀਆਂ ਉਹਦਾ ਗਲਾ ਘੁੱਟ ਕੇ ਮਾਰਤਾ। ਖੂਨ ਹੋਇਆ ਪਿਆ ਉਹਦਾ ਮਰਡਰ। ਉਹਦਾ ਬਾਕੀ ਉਹਦੀ ਉਹ ਹੋ ਜਾਣਾ, ਉਹਦਾ ਪੋਸਟਮਾਰਟਮ ਤੋਂ ਸਾਰਾ ਪਤਾ ਲੱਗ ਜਾਣਾ, ਬਲੱਡ ਤੁਸੀਂ ਦੇਖਿਆ। ਇਹਨੂੰ ਫਾਂਸੀ ਦਿੱਤੀ ਜਾਵੇ ਸਰ ਜੀ, ਇਹਨੂੰ ਫਾਂਸੀ ਦਿਓ, ਇਹਨੂੰ ਫਾਂਸੀ ਦਿਓ। ਮੇਰਾ ਭਰਾ ਨੂੰ ਮਾਰ ਮੰਗ ਕੀ ਕਰਨੀ ਹੈ? ਬੜੇ ਲੋਕਾਂ ਦਾ ਭਲਾ ਹੋਏਗਾ। ਲੁਧਿਆਣਾ ਜਾ ਕੇ ਦੇਖੋ, ਤਰਾਈ ਡਰਦਾ ਇਹਨਾਂ ਤੋਂ। ਉਧਰ ਐਸਐਚਓ ਗੁਰਦਾਸਪੁਰ ਜਵਰਜੀਤ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ਬਹਿਰਾਮ ਰੋਡ ਤੇ ਇੱਕ ਕਤਲ ਹੋਇਆ। ਮ੍ਰਿਤਕ ਦੀ ਭੈਣ ਦੇ ਬਿਆਨਾਂ ਤੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਜਾ ਰਹੀ ਹੈ। ਬਹਿਰਾਮਪੁਰ ਰੋਡ ਗੁਰਦਾਸਪੁਰ ਆਪਣੇ ਸ਼ਮਸ਼ੇਰ ਸਿੰਘ ਸਨ ਆਫ ਕੁਲਦੀਪ ਸਿੰਘ, ਜਿਨ੍ਹਾਂ ਦੀ ਉਮਰ ਕਰੀਬ 44-45 ਸਾਲ ਸੀ ਤੇ ਅਨਮੈਰਿਡ ਆ। ਇਹ ਘਰ ਆਪਣੇ
ਘਰ ਰਹਿੰਦੇ ਸੀਗੇ। ਇਹਨਾਂ ਦਾ ਵਿਆਹ ਨਹੀਂ ਹੋਇਆ ਸੀ, ਨਾਲ ਇਹਨਾਂ ਦਾ ਭਰਾ ਵੀ ਨੇ ਜਿਹੜੇ ਆਪਣਾ ਟਿੰਕੂ ਹੈ ਇਹਨਾਂ ਦਾ ਭਰਾ, ਦੋਵੇਂ ਭਰਾ ਸੀ ਪਰ ਦੋਵੇਂ ਜਿਹੜੇ ਆ ਉਹ ਵਿਆਹੇ ਨਹੀਂ ਗਏ। ਇਹ ਕੋਈ 10-15 ਦਿਨ ਤੋਂ ਇਹਨਾਂ ਦਾ ਰਿਸ਼ਤੇਦਾਰੀ ਸਟੈਪ ਰਿਸ਼ਤੇਦਾਰੀ ਸੀ, ਜਿਸ ਤਰ੍ਹਾਂ ਇਹ ਉਹਨਾਂ ਦਾ ਭਾਣਜਾ ਲੱਗਦਾ ਵਾ ਨਵਜੋਤ ਸਿੰਘ ਲੁਧਿਆਣੇ ਤੋਂ। ਇਹ ਆਏ ਇੱਥੇ ਤੇ ਰਾਤ ਕਿਤੇ ਇਹਨਾਂ ਦੀ ਕੋਈ 12-1 ਵਜੇ ਕਿਤੇ ਪੀਂਦੇ ਪਾਂਦੇ ਜਾਂ ਕੋਈ ਘਰ ਦੇ ਇਹਨਾਂ ਦਾ ਆਪਸ 'ਚ ਕੋਈ ਬਹਿਸਬਾਜ਼ੀ ਹੋ ਗਈ ਤੇ ਨਵਜੋਤ ਸਿੰਘ ਨੇ ਨਾ ਉਹਨੂੰ ਆਪਣੇ ਮਾਮੇ ਨੂੰ ਸਟੈਪ ਮਾਮੇ ਜਿਹੜੇ ਇਹਨਾਂ ਦੇ ਲੱਗਦੇ ਸੀਗੇ ਉਹਦੇ ਹੱਥੋਂ ਪਾਈ ਹੋਣ ਤੋਂ ਬਾਅਦ ਇਹਨੇ ਉਹਦੇ ਸਿਰ ਵਿੱਚ ਕੋਈ ਇੱਟ ਰੋੜਾ ਮਾਰ ਦਿੱਤੇ, ਜਿਨ੍ਹਾਂ ਨਾਲ ਉਹਦੀ ਮੌਤ ਹੋ ਗਈ। ਇਹ ਨਵਜੋਤ ਸਿੰਘ ਜਿਹੜਾ ਜੀ ਇਹ ਤੇ ਬੇਸਿਕਲੀ ਲੁਧਿਆਣੇ ਦੇ ਰਹਿਣ ਵਾਲੇ ਆ, ਜਲੰਧਰ ਬਾਈਪਾਸ ਲੁਧਿਆਣਾ ਇਹਨਾਂ ਦਾ ਘਰ ਆ। ਉੱਥੋਂ ਇੰਨਾ ਪਤਾ ਲੱਗਾ ਕਿ ਕੋਈ ਮਰਡਰ ਦਾ ਪਹਿਲੇ ਵੀ ਇੱਥੇ ਕੇਸ ਸੀਗਾ, ਉਹ ਆਪਾਂ ਉਧਰ ਨੂੰ ਮੈਸੇਜ ਕਰਕੇ ਪਤਾ ਜੋਈ ਕਰ ਰਹੇ ਹਾਂ ਵੀ ਉੱਥੇ ਹੋਰ ਕਿਹੜਾ ਇੱਥੇ ਮੁਕੱਦਮੇ ਦਰਜ। ਅਸੀਂ ਜੀ FIR ਦਰਜ ਕਰਕੇ ਅੰਡਰ ਸੈਕਸ਼ਨ 302 IPC ਸ਼ਮਸ਼ੇਰ ਸਿੰਘ ਦੇ ਭਰਾ ਟਿੰਕੂ ਦੇ ਬਿਆਨਾਂ ਤੇ ਦਰਜ ਕਰ ਦਿੱਤੀ ਆ ਤੇ ਦੋਸ਼ੀ ਨੂੰ ਅਸੀਂ ਅਰੈਸਟ ਕਰ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਤਾਜ਼ਾ ਤਰੀਨ ਖਬਰਾਂ ਲੈ ਕੇ ਫਿਰ ਹਾਜ਼ਰ ਹੋਵਾਂਗੇ। ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ।